ਤਾਂ ਅੱਜ ਮੈਂ ਸਿਰਫ ਕੰਟੀਨਿਊ ਕਰਾਂਗੀ। ਮੈਂ ਤੁਹਾਨੂੰ ਇਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਟੈਂਸਰ, ਜਿਨ੍ਹਾਂ ਵਿੱਚ ਜਾਣੇ ਪਛਾਣੇ ਹਨ, ਸਕੇਲਰ ਅਤੇ ਵੈਕਟਰ, ਨੂੰ ਕਿਵੇਂ ਬਣਾਇਆ ਜਾਂਦਾ ਹੈ। ਪਰ ਤੁਸੀਂ ਇਹਨਾਂ ਵੈਕਟਰਾਂ ਦੇ ਪ੍ਰੋਡਕਟ ਲੈ ਕੇ ਹਾਇਰ ਇੰਡੈਕਸਡ ਆਬਜੈਕਟ ਵੀ ਬਣਾ ਸਕਦੇ ਹੋ, ਜਿਸ ਬਾਰੇ ਮੈਂ ਤੁਹਾਨੂੰ ਇੱਥੇ ਦੱਸਿਆ ਹੈ। ਠੀਕ ਹੈ, ਤਾਂ ਅੱਜ ਮੈਂ ਕੀ ਕਰਾਂਗੀ? ਅੱਜ ਮੈਂ ਤੁਹਾਨੂੰ ਟੈਂਸਰ ਆਪਰੇਟਰਸ ਸੰਬੰਧੀ ਜਾਣਕਾਰੀ ਨੂੰ ਇਕੱਠੇ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੀ। ਠੀਕ ਹੈ। ਹਾਲਾਂਕਿ ਇਹ ਐਬਸਟਰੈਕਟ ਲੱਗਦਾ ਹੈ, ਪਰ ਜੇ ਤੁਹਾਨੂੰ ਸਕੇਲਰ ਅਤੇ ਵੈਕਟਰ ਯਾਦ ਹੋਵੇਗੀ ਅਤੇ ਇਹ ਯਾਦ ਹੋਵੇ ਕਿ ਮੈਂ ਤੁਹਾਡੇ ਲਈ ਮੋਮੈਂਟ ਆਫ ਇਨਰਸ਼ੀਆ ਟੈਂਸਰ ਨੂੰ ਕਿਵੇਂ ਬਣਾਇਆ ਸੀ, ਤਾਂ ਤੁਹਾਨੂੰ ਇਹ ਪਤਾ ਹੋਵੇਗਾ ਕਿ ਹਾਇਰ ਟੈਂਸਰਾਂ ਨੂੰ ਕਿਵੇਂ ਬਣਾਇਆ ਜਾ ਸਕਦੀ ਹੈ। ਕੀ ਇਹ ਸਮਝ ਆ ਗਿਆ? ਕੁਆਡਰੋਪੋਲ ਮੂਵਮੈਂਟ ਨੂੰ ਕੁਆਡਰੋਪੋਲ ਮੂਵਮੈਂਟ ਟੈਂਸਰ ਕਿਹਾ ਜਾਂਦਾ ਹੈ ਨਾ? ਤੁਸੀਂ ਮਲਟੀਪੋਲ ਐਕਸਪੈਂਸ਼ਨ ਕੀਤੀ ਹੋਈ ਹੈ। ਜੇ ਤੁਹਾਨੂੰ ਕੁਝ ਉਦਾਹਰਨਾਂ ਦੇਣੀਆਂ ਹੋਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਡਾਇਪੋਲ ਮੂਵਮੈਂਟ ਇੱਕ ਵੈਕਟਰ ਹੈ, ਫਿਰ ਕੁਆਡਰੋਪੋਲ ਮੂਵਮੈਂਟ, ਫਿਰ ਤੁਹਾਡੇ ਕੋਲ ਇਹ ਹਾਇਰ ਮੂਵਮੈਂਟ ਹਨ। ਇਹ ਸਾਰੇ ਟੈਂਸਰ ਹਨ। ਸਿਰਫ ਤੁਹਾਨੂੰ ਕੁਝ ਹੋਰ ਉਦਾਹਰਨਾਂ ਦੇਣ ਲਈ। ਤਾਂ ਮੈਂ ਕੀ ਕਰਨਾ ਚਾਹੁੰਦੀ ਹਾਂ? ਅਸੀਂ ਸਿਲੈਕਸ਼ਨ ਨਿਯਮਾਂ ਬਾਰੇ ਗੱਲ ਕੀਤੀ, ਜਿਸ ਦੇ ਤਹਿਤ ਪੈਰਿਟੀ ਦੇ ਅਧੀਨ ਟ੍ਰਾਂਜੀਸ਼ਨ ਸੰਭਵ ਹੈ ਆਦਿ। ਤਾਂ ਇਹ ਰਸਮੀ ਤੌਰ ਤੇ ਰੈਸ਼ਨਲੀ ਇਨਵੇਰੀਐਂਟ ਸਿਸਟਮ ਲਈ ਹੈ। ਤੁਸੀਂ ਇਸ ਨੂੰ ਇੱਕ ਥਿਓਰਮ ਦੇ ਰੂਪ ਵਿੱਚ ਪੇਸ਼ ਕਰ ਸਕਦੇ ਹੋ, ਜਿਸ ਨੂੰ ਕਿ ਵਿਗਨਰ-ਐਕਾਰਟ ਥਿਓਰਮ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇਹ ਅੱਜ ਦੇ ਲੈਕਚਰ ਦੀਆਂ ਦੋ ਥੀਮ ਹਨ ਅਤੇ ਆਓ ਦੇਖਦੇ ਹਾਂ ਕਿ ਮੈਂ ਅੱਜ ਇਹਨਾਂ ਬਾਰੇ ਤੁਹਾਨੂੰ ਕਿੰਨਾ ਕੁ ਦੱਸ ਸਕਦੀ ਹਾਂ। ਠੀਕ ਹੈ, ਚਲੋ ਇੱਕ ਵਾਰ ਫਿਰ ਆਪਾਂ ਸਟੇਟਸ ਲਈ ਕੀਤਾ ਉਸ ਨੂੰ ਦੁਹਰਾਈਏ। ਸਟੇਟਸ ਦੇ ਸੰਦਰਭ ਵਿੱਚ, ਜੇ ਤੁਸੀਂ ਦੋ ਸਪਿਨ ਹਾਫ ਪਾਰਟੀਕਲ ਲੈਂਦੇ ਹੋ, ਤਾਂ ਤੁਸੀਂ ਇਸ ਨੂੰ ਜਾਂ ਤਾਂ ਅਨਕਪਲਡ ਆਧਾਰ ਤੇ ਦੇਖ ਸਕਦੇ ਹੋ। ਇਹ J1 J2 M1 M2 ਨੋਟੇਸ਼ਨ ਹੈ। ਹੁਣ ਮੈਂ ਇਸ ਨੋਟੇਸ਼ਨ ਨੂੰ ਅੱਖਾਂ ਬੰਦ ਕਰਕੇ ਮੰਨਣ ਜਾ ਰਹੀ ਹਾਂ, ਅਤੇ ਇੱਥੇ A, ਜੋ ਕਿ ਇੱਕ ਕਪਲ ਸਟੇਟ ਹੈ, ਜੋ ਕਿ ਫਿਰ ਤੋਂ J1 J2 ਵਿੱਚ ਬਰਾਬਰ ਹੈ, ਪਰ ਤੁਸੀਂ ਇਸ ਨੂੰ J ਜਾਂ S ਵਜੋਂ ਵੀ ਕਹਿ ਸਕਦੇ ਹੋ ਕਿਉਂਕਿ ਮੈਂ ਸਪਿਨਸ ਦੀ ਤਰਫ ਦੇਖ ਰਹੀ ਹਾਂ ਅਤੇ ਮੈਂ ਇਸ ਨੂੰ S ਬਰਾਬਰ 1 M ਬਰਾਬਰ 1 ਵਜੋਂ ਰੱਖਦਾ ਹਾਂ, ਅਤੇ ਇਸ ਨੂੰ ਹੀ ਸਟ੍ਰੈਚ ਸਟੇਟ ਕਿਹਾ ਜਾਂਦਾ ਹੈ। ਅਤੇ ਫਿਰ ਸਟ੍ਰੈਚ ਸਟੇਟ ਤੇ ਅਸੀਂ ਲੈਡਰ ਆਪਰੇਟਰਾਂ ਨੂੰ ਸੰਚਾਲਿਤ ਕੀਤਾ ਸੀ। ਖੱਬੇ ਪਾਸੇ ਇੱਕ ਕਪਲ ਸਟੇਟ ਹੈ, ਸੱਜੇ ਪਾਸੇ ਇੱਕ ਅਨਕਪਲਡ ਸਟੇਟ ਹੈ, ਅਤੇ ਫਿਰ ਅਸੀਂ ਕਪਲਡ ਸਟੇਟ ਤੇ AS- ਆਪਰੇਟਰ ਕੀਤਾ। ਇਹ ਸਿਰਫ ਇਹਨਾਂ ਦੋਵਾਂ ਵਰਗਾ ਦਿਸਦਾ ਹੈ, ਅਤੇ ਸੱਜੇ ਪਾਸੇ S1 - M1 ਤੇ ਆਪਰੇਟ ਕਰੇਗਾ ਅਤੇ ਇਸ ਨੂੰ M1 - 1 ਤੱਕ ਘਟਾ ਦੇਵੇਗਾ, ਅਤੇ S2 - M2 ਤੇ ਆਪਰੇਟ ਕਰੇਗਾ ਅਤੇ ਇਸ ਨੂੰ M2 - 1 ਤੱਕ ਘਟਾ ਦੇਵੇਗਾ। ਠੀਕ ਹੈ, ਤਾਂ ਅਸੀਂ ਇਹ ਕਰ ਸਕਦੇ ਹਾਂ, ਅਤੇ ਅਸੀਂ ਇਸ ਨੂੰ ਵਿਸਤ੍ਰਿਤ ਢੰਗ ਨਾਲ ਕੀਤਾ, ਅਤੇ ਸਾਨੂੰ ਪਤਾ ਲੱਗਿਆ ਕਿ ਕਪਲ ਸਟੇਟਡ ਹੈ। ਇਹ ਇੱਕ ਸਟ੍ਰੈਚ ਸਟੇਟ ਹੈ, ਅਤੇ ਫਿਰ ਸਾਨੂੰ ਇਸ ਮੈਗਨੈਟਿਕ ਕੁਆਂਟਮ ਨੰਬਰ ਦੇ ਇੱਕ ਲੋਅਰ ਨਾਲ ਕਪਲ ਸਟੇਟ ਪ੍ਰਾਪਤ ਹੋਈ ਹੈ, ਜੋ ਕਿ ਅਨਕਪਲਡ ਆਧਾਰ ਸਟੇਟਸ ਦੀਆਂ ਟਰਮਜ਼ ਵਿੱਚ ਇੱਕ ਸਿਫਰ ਹੈ। ਅਤੇ ਇਹ ਕੋਐਫੀਸ਼ੀਐਂਟ ਉਹ ਹਨ ਜਿਨ੍ਹਾਂ ਨੂੰ ਅਸੀਂ ਕਲੈਬਸ਼-ਗੋਰਡਨ ਕੋਐਫੀਸ਼ੀਐਂਟ ਵਜੋਂ ਵੀ ਕਹਿੰਦੇ ਹਾਂ, ਅਤੇ ਅਸੀਂ ਕਲੈਬਸ਼-ਗੋਰਡਨ ਮੈਟ੍ਰਿਕਸ ਨੂੰ ਲਿਖ ਵੀ ਸਕਦੇ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਕਲੈਬਸ਼-ਗੋਰਡਨ ਕੋਐਫੀਸ਼ੀਐਂਟ ਨੂੰ ਸਪਿਨ 1 ਅਤੇ ਸਪਿਨ ਹਾਫ ਕਰੋ। ਠੀਕ ਹੈ, ਕਿਸੇ ਇੱਕ ਪਾਰਟੀਕਲ ਨੂੰ ਸਪਿਨ 1 ਵਜੋਂ ਲਓ, ਦੂਜੇ ਨੂੰ ਸਪਿਨ ਹਾਫ ਵਜੋਂ, J ਬਰਾਬਰ 1 ਅਤੇ J ਬਰਾਬਰ ਅੱਧਾ ਕੰਪੋਜ਼ ਕਰੋ, ਸਟ੍ਰੈਚ ਸਟੇਟ ਲਿਖੋ, ਲੈਡਰ ਆਪਰੇਸ਼ਨ ਕਰੋ, ਸਾਰੇ CG ਕੋਐਫੀਸ਼ੀਐਂਟ ਲੱਭੋ ਅਤੇ ਪੂਰੀ ਤਰ੍ਹਾਂ ਨਾਲ ਮੈਟ੍ਰਿਕਸ ਲਿਖੋ। ਹਾਂ, ਅਤੇ ਫਿਰ ਅਸੀਂ ਇਹ ਵੀ ਕਿਹਾ ਕਿ ਅਸੀਂ ਇਸ ਨੂੰ ਕਿਵੇਂ ਲੱਭਿਆ ਕਿ ਇੱਕ ਹੋਰ ਸਟੇਟ ਵੀ ਹੈ ਜਿਸ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਹੈ 1 ਦੁਬਾਰਾ ਤੁਸੀਂ ਲੈਡਰ ਆਪਰੇਸ਼ਨ, ਲੋਅਰਿੰਗ ਆਪਰੇਸ਼ਨ ਦੁਆਰਾ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇਹ ਪ੍ਰਾਪਤ ਕਰ ਸਕਦੇ ਹੋ, ਅਤੇ ਤੁਸੀਂ ਦਿਖਾ ਸਕਦੇ ਹੋ ਕਿ ਇਹ ਕੋਐਫੀਸ਼ੀਐਂਟ 1 ਦੇ ਨਾਲ ਇਸ ਦੇ ਬਿਲਕੁਲ ਬਰਾਬਰ ਹੈ, ਅਤੇ ਕੁੱਲ ਐਂਗੂਲਰ ਮੋਮੈਂਟਮ 0 ਅਤੇ ਮੈਗਨੈਟਿਕ ਕੁਆਂਟਮ ਨੰਬਰ 0 ਦੇ ਨਾਲ ਕਪਲਡ ਸਟੇਟ ਨਿਰਧਾਰਤ ਕਰਨ ਲਈ ਅਸੀਂ ਅਜਿਹਾ ਕਿਵੇਂ ਕਰਦੇ ਹਾਂ? ਇਸ ਸਟੇਟ ਨੂੰ ਇਸ ਔਰਥੋਗੋਨਲ ਸਟੇਟ ਲਈ ਆਰਥੋਗੋਨਲ ਹੋਣਾ ਚਾਹੀਦਾ ਹੈ, ਅਤੇ ਇਸ ਦੀ ਵਰਤੋਂ ਕਰਕੇ ਤੁਸੀਂ ਫਿਕਸ ਕਰ ਸਕਦੇ ਹੋ ਕਿ ਇਹ ਇੱਕ ਰਿਲੇਟਿਵ ਸਾਈਨ ਦੇ ਨਾਲ ਕੋਐਫੀਸ਼ੀਐਂਟ ਹੁੰਦਾ ਹੈ, ਅਤੇ ਅਸੀਂ ਇਹੀ ਕੀਤਾ। ਇਸ ਲਈ ਇਹ ਤਿੰਨ ਸਟੇਟਸ ਕਪਲਡ ਸਟੇਟ ਵਿੱਚ ਸਪਿਨ J ਨਾਲ ਮੇਲ ਖਾਂਦਾ ਹੈ। ਐੜਾ
ਤੇ ਫਿਰ m 0 ਦੇ ਬਰਾਬਰ ਹੋ ਜਾਂਦਾ ਹੈ। ਇੱਕੋ ਇੱਕ ਸਟੇਟ ਹੈ ਅਤੇ ਉਹ ਸਟੇਟ ਇਹਨਾਂ ਦੋਨਾਂ ਦਾ ਨੈਗੇਟਿਵ ਦੇ ਨਾਲ ਇੱਕ ਲੀਨੀਅਰ ਕੰਬੀਨੇਸ਼ਨ ਹੈ। ਇਸ ਲਈ ਇਸ ਨੂੰ ਦੁਬਾਰਾ ਕਰਨਾ ਇਹ ਸਭ ਤੋਂ ਸਰਲ ਉਦਾਹਰਣ ਹੈ। ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਨੂੰ ਇੱਕ ਅਤੇ ਇਹ ਹਾਫ ਲਵੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਅਜਿਹਾ ਕਰੋ, ਠੀਕ ਹੈ। ਇਸ ਲਈ ਹੁਣ ਅਸੀਂ ਟੈਂਸਰ ਆਪਰੇਟਰਾਂ ਤੇ ਨਜ਼ਰ ਮਾਰਾਂਗੇ, ਜਿੱਥੇ ਸਟੇਟਸ ਅਤੇ ਟੈਂਸਰ ਕੋਰਸਪੋਂਡੈਂਸ ਆਪਰੇਟਰਾਂ ਵਿਚਕਾਰ ਬਹੁਤ ਸਾਰੀ ਸਮਾਨਤਾ ਹੁੰਦੀ ਹੈ। ਠੀਕ ਹੈ, ਇਸ ਲਈ ਇਹ ਉਹ ਚੀਜ਼ ਹੈ ਜਿਸ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਵਿਚਾਰ ਵਟਾਂਦਰਾ ਕੀਤਾ ਸੀ। ਅਸੀਂ ਕਲਾਸੀਕਲ ਮਕੈਨਿਕਸ ਵਿੱਚ ਸਕੇਲਰਾਂ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ, ਇਸ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ। ਸਕੇਲਰ ਆਪਰੇਟਰ ਕੀ ਹਨ? ਕੁਆਂਟਮ ਮਕੈਨਿਕਸ ਵਿੱਚ ਕਿਸੇ ਵੀ ਤਬਦੀਲੀ ਦੇ ਤੇਤ ਆਪਰੇਟਰਾਂ ਵਿੱਚ ਸਮਾਨਤਾ ਤਬਦੀਲੀ ਹੋਵੇਗੀ, ਅਤੇ ਤੁਸੀਂ ਆਪਰੇਟਰ ਨੂੰ ਜਾਣਦੇ ਹੋ ਜੋ ਰੋਟੇਸ਼ਨ ਕਰਦਾ ਹੈ, ਜੋ ਇੱਕ ਯੂਨਿਟਰੀ ਆਪਰੇਟਰ ਹੈ ਜੋ ਸਾਰੇ ਥੀਟਾ ਐਂਗਲ ਤੇ ਡਿਪੈਂਡੈਂਟ ਹੈ। ਅਤੇ ਇਸ ਤਬਦੀਲੀ ਨੂੰ ਕਰਨ ਵਿੱਚ ਜੇ ਇਹ ਇੱਕ ਸਕੇਲਰ ਆਪਰੇਟਰ ਹੈ ਤਾਂ ਉਹੀ ਰਹਿਣਾ ਚਾਹੀਦਾ ਹੈ। ਇੱਕ ਪ੍ਰਾਈਮ ਇੱਕ ਦੇ ਸਮਾਨ ਹੋਣਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ ਜੇ ਤੁਸੀਂ ਇਸ ਦਾ ਵਿਸਤਾਰ ਕਰਦੇ ਹੋ, ਥੀਟਾ ਹੈ ਜੀ 2 the power of I j ਡਾਟ ਥੀਟਾ, ਤੁਸੀਂ ਇਹ ਦਿਖਾ ਸਕਦੇ ਹੋ। ਸਕੇਲਰ ਆਪਰੇਟਰ ਐਂਗੂਲਰ ਮੋਮੈਂਟ ਦੇ ਸਾਰੇ ਕੰਪੋਨੈਂਟਸ ਨਾਲ ਕਮਿਊਟ ਕਰਨਗੇ ਅਤੇ ਤੁਸੀਂ ਇਸ r ਡਾਟ r ਜਾਂ ਡਾਟ b ਲਈ ਇਸ ਦੀ ਪੁਸ਼ਟੀ ਕੀਤੀ ਹੈ, ਅਤੇ ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਇਹ ਹੈ ਫਾਰਮਲ ਵਿਧੀ ਹੈ ਜਿਸ ਵਿੱਚ ਤੁਸੀਂ ਇੱਕ ਸਬੂਤ ਦੇ ਸਕਦੇ ਹੋ ਉਹ ਸਕੇਲਰ ਆਪਰੇਟਰ ਐਂਗੂਲਰ ਮੋਮੈਂਟ ਨਾਲ ਕਮਿਊਟ ਕਰਨਗੇ। ਇਸ ਬਾਰੇ ਕੋਈ ਸਵਾਲ ਹੈ? ਉਹ ਸਟੈਪ ਜੋ ਮੈਂ ਸ਼ਾਇਦ ਆਖਰੀ ਲੈਕਚਰ ਵਿੱਚ ਦਰਸਾਇਆ ਸੀ, ਪਰ ਤੁਸੀਂ ਇਹ ਕਰ ਸਕਦੇ ਹੋ। ਇਸ ਲਈ ਹੁਣ ਵੈਕਟਰ ਆਪਰੇਟਰਾਂ ਦਾ ਕੀ ਹੁੰਦਾ ਹੈ? ਕਲਾਸੀਕਲ ਮਕੈਨਿਕਸ ਵਿੱਚ ਵੈਕਟਰ ਇਸ ਤਰ੍ਹਾਂ ਬਦਲ ਜਾਂਦੇ ਹਨ। ਕਿਸੇ ਸਥਿਤੀ ਵੈਕਟਰ ਦੇ ਕੰਪੋਨੈਂਟ ਪੋਜੀਸ਼ਨ ਵੀ ਵੈਕਟਰ ਅਤੇ ਸੰਬੰਧਿਤ ਵੈਕਟਰ ਆਪਰੇਟਰਾਂ ਨੂੰ ਸਥਿਤੀ ਆਪਰੇਟਰ ਦੀ ਤਰ੍ਹਾਂ ਬਦਲਣਾ ਚਾਹੀਦਾ ਹੈ। ਇਸ ਲਈ ਜੇ ਤੁਸੀਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਤੁਹਾਡੇ ਕੋਲ ਹੈ ਕਿ ਇਹ ਪ੍ਰਾਈਮ ਕਿਵੇਂ ਬਦਲੇਗਾ। ਤੁਸੀਂ ਜਾਣਦੇ ਹੋ ਕਿ ਪ੍ਰਾਈਮ ਜਾਂ ਪੋਜੀਸ਼ਨ ਵੈਕਟਰ ਕਿਵੇਂ ਬਦਲਦਾ ਹੈ। ਇਸ ਨੂੰ ਅਸੀਂ ਵਿਸਤਾਰ ਨਾਲ ਦੱਸਿਆ ਹੈ। ਇਸ ਲਈ ਉੱਥੋਂ ਤੁਸੀਂ ਡਿਡਿਊਸ ਕਰ ਸਕਦੇ ਹੋ ਰੋਟੇਸ਼ਨ ਦੇ ਜਨਰੇਟਰ ਦਾ ਕਮਿਊਟੇਟਰ ਕਿਵੇਂ ਹੈ ਜੋ ਐਂਗੂਲਰ ਮੋਮੈਂਟਮ ਹੈ, ਅਤੇ ਪੋਜੀਸ਼ਨ ਕੰਪੋਨੈਂਟਸ ਉਹ ਕਿਵੇਂ ਵਿਵਹਾਰ ਕਰਦੇ ਹਨ। ਇਹ ਵਿਵਹਾਰ ਜੋ ਵੀ ਹੈ, ਇਹ ਐਂਗੂਲਰ ਮੋਮੈਂਟਮ ਸਮੇਤ ਕਿਸੇ ਵੀ ਵੈਕਟਰ ਲਈ ਇੱਕੋ ਜਿਹਾ ਵਿਵਹਾਰ ਹੈ। ਐਂਗੂਲਰ ਮੋਮੈਂਟਮ ਵੀ ਇੱਕ ਵੈਕਟਰ ਹੈ, ਪਰ ਮੋਮੈਂਟਮ ਇੱਕ ਐਕਸੀਅਲ ਵੈਕਟਰ ਹੈ ਜੋ ਇਹ ਦੇਖਣ ਲਈ ਹੈ ਕਿ ਤੁਹਾਨੂੰ ਕਰਨਾ ਪਵੇਗਾ। ਇੱਕ ਸਮਾਨਤਾ ਪਰਿਵਰਤਨ ਅਤੇ ਉਚਿਤ ਰੋਟੇਸ਼ਨ। ਪੋਲਰ ਵੈਕਟਰ ਅਤੇ ਐਕਸੀਅਲ ਵੈਕਟਰ ਵਿਚਕਾਰ ਕੋਈ ਅੰਤਰ ਨਹੀਂ ਹੈ। ਜਦੋਂ ਤੁਸੀਂ ਸਮਾਨਤਾ ਕਰਦੇ ਹੋ ਤਾਂ ਹੀ ਚੀਜ਼ਾਂ ਅੰਤਰ ਦਿਖਾਉਣੀਆਂ ਸ਼ੁਰੂ ਹੋ ਜਾਣਗੀਆਂ। ਠੀਕ ਹੈ ਕਿ ਇਹ ਤੁਹਾਡੇ ਸਾਰਿਆਂ ਲਈ ਸਪਸ਼ਟ ਹੈ। ਕਲਾਸੀਕਲ ਮਕੈਨਿਕਸ ਵਿੱਚ ਮੈਨੂੰ ਯਕੀਨ ਹੈ ਕਿ ਤੁਸੀਂ ਇਹ ਨਹੀਂ ਕੀਤਾ ਹੈ। ਇਸ ਲਈ ਜੇ ਤੁਹਾਡੇ ਕੋਲ ਕਲਾਸ B ਹੈ, ਰੋਟੇਸ਼ਨ ਅਧੀਨ, ਇਸ ਨੂੰ ਇੱਕ ਨਵਾਂ ਵੈਕਟਰ ਬਣਨ ਲਈ ਕਾਲ ਕਰੋ। ਰੋਟੇਸ਼ਨ ਅਧੀਨ CIRIJCK ਹੋਵੇਗੀ। ਕਲਾਸੀਕਲ ਮਕੈਨਿਕਸ ਵਿੱਚ IJ ਹੋਰ ਰੋਟੇਸ਼ਨ ਮੈਟ੍ਰਿਕਸ ਕਿੱਥੇ ਹਨ? ਠੀਕ ਹੈ, ਇਸ ਲਈ ਇਹ ਇੱਕ ਵੈਕਟਰ ਵੀ ਹੈ। ਸਹੀ ਰੋਟੇਸ਼ਨਾਂ ਦੇ ਤੇਤ ਅਤੇ C ਵਿਚਕਾਰ ਇੱਕੋ ਇੱਕ ਅੰਤਰ A ਹੈ, ਅਤੇ B ਪੋਲਰ ਵੈਕਟਰਸ ਹਨ। ਸਮਾਨਤਾ ਅਧੀਨ ਤੁਸੀਂ ਕਹਿ ਸਕਦੇ ਹੋ ਪੈਰਿਟੀ O ਨੇ ਤੁਹਾਨੂੰ -A ਦੇਵੇਗਾ, ਪਰ ਪੈਰਿਟੀ ON C ਆਪਣੇ ਆਪ C ਵਿੱਚ ਹੋਵੇਗਾ। ਇਹ ਸਾਈਨ ਨਹੀਂ ਬਦਲਦਾ, ਇਸ ਲਈ ਇਸ ਨੂੰ ਪੋਲਰ ਕਿਹਾ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਐਕਸੀਅਲ, ਅਤੇ ਸਭ ਕੁਝ C ਅਤੇ ਨਾਲ ਹੀ ਇੱਕ ਜਾਂ B। ਇਹ ਰੋਟੇਸ਼ਨ ਦੇ ਤੇਤ ਕਿਵੇਂ ਬਦਲਦਾ ਹੈ? ਬਿਲਕੁਲ ਉਸੇ ਤਰ੍ਹਾਂ ਹੈ। ਪੋਜੀਸ਼ਨ ਕੰਪੋਨੈਂਟਸ ਬਦਲ ਜਾਂਦੇ ਹਨ, ਕੋਈ ਫਰਕ ਨਹੀਂ ਹੈ। ਇਸ ਲਈ ਜੋ ਤੁਹਾਨੂੰ ਦੱਸੇਗਾ ਕਿ ਜੇ I ਦੇ ਕਮਿਊਟੇਟਰ ਨੂੰ AJ ਨਾਲ ਕਿਵੇਂ ਲੱਭਣਾ ਹੈ। ਇਸ ਲਈ ਇਹ ਹੋਵੇਗਾ IH ਕ੍ਰਾਸ ਐਪਸਾਈਲੋਨ IJK, ਅਤੇ ਇਹ ਕੀ ਹੋਵੇਗਾ? ਇਹ ਮੈਂ ਚਾਹੁੰਦੀ ਸੀ ਕਿ ਤੁਸੀਂ ਚੈੱਕ ਕਰੋ। ਮੈਂ ਤੁਹਾਡੇ ਲਈ ਅਜਿਹਾ ਨਹੀਂ ਕੀਤਾ, ਪਰ ਮੈਂ ਤੁਹਾਨੂੰ ਇੱਕ ਸੰਕੇਤ ਦਿੱਤਾ ਕਿ ਤੁਸੀਂ ਜਾਣਦੇ ਹੋ ਕਿ ਇਸ ਨੂੰ R ਲਈ ਕਿਵੇਂ ਕਰਨਾ ਹੈ, ਅਤੇ R ਦੀ ਬਜਾਏ ਤੁਸੀਂ ਇਸ ਨੂੰ A ਦੁਆਰਾ ਬਦਲਦੇ ਹੋ ਅਤੇ ਤੁਸੀਂ ਅਜਿਹਾ ਕਰ ਸਕਦੇ ਹੋ। ਤਾਂ ਫਿਰ ਇਹ ਕਮਿਊਟੇਟਰ ਕੀ ਹੈ ਅਤੇ ਕਿਸੇ ਵੀ ਵੈਕਟਰ ਆਪਰੇਟਰਾਂ ਲਈ ਵੀ ਇਹੀ ਹੈ। ਇਸ ਲਈ ਉਦਾਹਰਣ ਲਈ ਪੋਜੀਸ਼ਨ ਵੈਕਟਰ, ਲੀਨੀਅਰ ਮੋਮੈਂਟਮ, ਐਂਗੂਲਰ ਮੋਮੈਂਟਮ, ਵੈਕਟਰ ਪੋਟੈਂਸ਼ੀਅਲਸ ਵੈਕਟਰਸ ਦੀਆਂ ਸਾਰੀਆਂ ਉਦਾਹਰਨਾਂ ਹਨ। ਇਹ ਕੁਆਂਟਮ ਮਕੈਨਿਕਸ ਵਿੱਚ ਵੈਕਟਰ ਆਪਰੇਟਰ ਵੀ ਹਨ। ਸਕੇਲਰ ਆਪਰੇਟਰ, ਤੁਸੀਂ ਇੱਕ ਡਾਟ ਪ੍ਰੋਡਕਟ ਲੈ ਕੇ ਵੈਕਟਰਾਂ ਤੋਂ ਬਣਾ ਸਕਦੇ ਹੋ। ਜੇ ਤੁਸੀਂ ਦੋ ਵੈਕਟਰਾਂ ਦਾ ਡਾਟ ਪ੍ਰੋਡਕਟ ਲੈਂਦੇ ਹੋ, ਤੁਹਾਨੂੰ ਇੱਕ ਸਕੇਲਰ ਮਿਲਦਾ ਹੈ ਜੋ ਰੋਟੇਸ਼ਨ ਦੇ ਤੇਤ ਨਹੀਂ ਬਦਲਦਾ।
ਇਸ ਲਈ ਇਹ ਵੀ ਕੁਝ ਅਜਿਹਾ ਹੈ ਜਿਸ ਦੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਂਚ ਕਰੋ। ਇਸ ਲਈ ਤੁਹਾਨੂੰ ਉਸ GI ਨੂੰ A.B ਨਾਲ ਦਿਖਾਉਣਾ। ਇਸ ਨੂੰ ਪ੍ਰੂਵ ਕਰੋ। AI ਦੇ ਨਾਲ, ਤੁਸੀਂ ਜਾਣਦੇ ਹੋ ਕਿ ਤਬਦੀਲੀ ਕੀ ਹੈ। ਇੱਕ ਵੈਕਟਰ ਦੇ ਕੰਪੋਨੈਂਟਸ ਦੇ ਨਾਲ, B ਵੈਕਟਰ ਦੇ ਕੰਪੋਨੈਂਟਸ ਦੇ ਨਾਲ, ਤੁਸੀਂ ਜਾਣਦੇ ਹੋ ਕਿ ਤਬਦੀਲੀ ਕੀ ਹੈ। ਅਤੇ ਤੁਸੀਂ ਜਾਣਦੇ ਹੋ A.B ਇੱਕ ਸਕੇਲਰ ਵਾਂਗ ਵਿਵਹਾਰ ਕਰਦਾ ਹੈ। ਇਸ ਲਈ ਤੁਹਾਨੂੰ ਇਸ ਨੂੰ GI ਨੂੰ A.B ਨਾਲ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ। ਇਹ ਕੀ ਹੈ? 0 ਜਾਂ ਨਾਨ-ਜ਼ੀਰੋ। 0 ਠੀਕ ਹੈ। ਇਹ 0 ਹੋਣਾ ਚਾਹੀਦਾ ਹੈ। ਇਸ ਲਈ ਕਿਰਪਾ ਕਰਕੇ ਇਸ ਦੀ ਵਰਤੋਂ ਕਰਕੇ ਵੀ ਇਸ ਨੂੰ ਪ੍ਰੂਵ ਕਰੋ। ਇਸ ਤਰੀਕੇ ਨਾਲ ਤੁਸੀਂ ਇੱਕ ਮੁਹਾਰਤ ਹਾਸਲ ਕਰੋਗੇ ਕਿ ਕਿਵੇਂ ਕਮਿਊਟੇਟਿਵ ਬ੍ਰੈਕਟ ਨੂੰ ਵਰਤਣਾ ਹੈ। ਅਤੇ ਤੁਸੀਂ ਜਵਾਬ ਜਾਣਦੇ ਹੋ, ਤੁਸੀਂ ਜਵਾਬ ਦੀ ਪੁਸ਼ਟੀ ਕਰ ਰਹੇ ਹੋ। R.P ਇੱਕ ਸਕੇਲਰ ਹੈ। ਇਸ ਲਈ R.P ਨੂੰ J ਨਾਲ ਕਮਿਊਟ ਕਰਨਾ ਪੈਂਦਾ ਹੈ। R.B ਵਿਦ R ਕ੍ਰਾਸ P ਕਰ ਸਕਦੀ ਹੈ। ਪਰ ਇਸ ਦੀ ਬਜਾਏ, ਮੈਂ ਤੁਹਾਨੂੰ ਇਹ ਕਰਨ ਲਈ ਕਹਿ ਰਹੀ ਹਾਂ ਕਿ ਕੋਈ ਵੀ ਵੈਕਟਰ ਆਪਰੇਟਰ ਐਂਗੂਲਰ ਮੋਮੈਂਟਮ ਦੇ ਸਬੰਧ ਵਿੱਚ ਕਿਵੇਂ ਬਦਲਦਾ ਹੈ। ਜੋ ਤੁਸੀਂ ਅਲਜੇਬਰਾ ਜਾਣਦੇ ਹੋ, ਤਾਂ ਤੁਸੀਂ ਇਸ ਦੀ ਵਰਤੋਂ ਕਿਉਂ ਨਹੀਂ ਕਰਦੇ ਅਤੇ ਦੇਖੋ ਕਿ A.B GI ਨਾਲ ਕਿਉਂ ਕਮਿਊਟ ਕਰਦਾ ਹੈ। ਇਹ ਸਪਸ਼ਟ ਨਹੀਂ ਹੈ, ਠੀਕ ਹੈ, ਪਰ ਐਪਸਿਲੋਨ ਦੇ ਪ੍ਰੋਡਕਟ ਹੋਣਗੇ। ਅਤੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਐਪਸਿਲੋਨ ਦਾ ਅਲਜੇਬਰਾ ਕੀਤਾ ਹੈ, ਠੀਕ ਹੈ। ਲੇਵੀ-ਸਿਵਿਟਾ ਪ੍ਰੋਡਕਟਸ। ਇਹਨਾਂ ਦੀ ਵਰਤੋਂ ਕਰੋ ਅਤੇ ਤੁਸੀਂ ਇਹ ਦਿਖਾਉਣ ਦੇ ਯੋਗ ਹੋਵੋਗੇ। ਥੋੜਾ ਜਿਹਾ ਅਲਜੇਬਰਾ ਕਰੋ ਅਤੇ ਤੁਸੀਂ ਇਸ ਨੂੰ 0 ਦਿਖਾਉਣ ਦੇ ਯੋਗ ਹੋਵੋਗੇ। ਇਸ ਲਈ ਸਕੇਲਰ ਪ੍ਰੋਡਕਟਸ, ਉਦਾਹਰਨਾਂ ਰੇਡੀਅਲ ਕੰਪੋਨੈਂਟ ਜੋ ਸਕੁਏਅਰ ਰੂਟ ਆਫ R.R, R.T, A.P, A.B, ਸਾਰੇ ਤਰ੍ਹਾਂ ਦੇ ਪ੍ਰੋਡਕਟਸ। ਉਹ ਸਾਰੇ ਸਕੇਲਰ ਹਨ। ਇਸ ਲਈ ਹੁਣ ਮੈਂ ਹੌਲੀ-ਹੌਲੀ ਨੋਟੇਸ਼ਨ ਤੇ ਤੁਹਾਡੇ ਕੋਲ ਆ ਰਹੀ ਹਾਂ। ਅਤੇ ਫਿਰ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇਵਾਂਗੀ। ਇਸ ਤਰ੍ਹਾਂ ਤੁਸੀਂ ਸਮਝ ਜਾਓਗੇ ਕਿ ਕੀ ਹੋ ਰਿਹਾ ਹੈ। ਅਸੀਂ ਇੱਕ ਟੈਂਸਰ ਆਪਰੇਟਰ ਨੂੰ ਰੈਂਕ K ਦਾ ਟੈਂਸਰ ਆਪਰੇਟਰ ਕਹਾਂਗੇ। ਇਸ ਲਈ ਇਸ ਨੂੰ ਇੱਕ ਪਰਿਭਾਸ਼ਾ ਵਜੋਂ ਲਓ। ਇਸ ਲਈ ਅਸੀਂ ਬ੍ਰੈਕਟ ਵਿੱਚ T ਲਿਖਦੇ ਹਾਂ। ਸਾਡੇ ਕੋਲ ਦੋ ਇੰਟੀਜਰਸ ਜਾਂ ਹਾਫ ਆਡ ਇੰਟੀਜਰਸ ਹਨ। ਇੰਟੀਜਰਸ ਕਿਉਂਕਿ ਆਪਰੇਟਰ ਹਮੇਸ਼ਾ ਇੰਟੀਜਰਸ ਹੋਣ ਜਾ ਰਹੇ ਹਨ। ਇਸ ਲਈ K ਹਮੇਸ਼ਾ ਇੱਕ ਪੋਜ਼ਿਟਿਵ ਇੰਟੀਜਰ ਹੁੰਦਾ ਹੈ। ਇਹ ਤੁਹਾਨੂੰ ਰੈਂਕ ਦਿੰਦਾ ਹੈ। ਅਤੇ ਐਂਗੂਲਰ ਮੋਮੈਂਟਮ ਵਾਂਗ Q ਇਸ ਤੋਂ ਚੱਲਦਾ ਹੈ। -J ਤੋਂ +J ਤੱਕ Q -K ਤੋਂ +K ਤੱਕ ਵੈਲਿਊ ਲੈਣ ਤੱਕ ਸੀਮਤ ਹੈ। ਸਾਰੇ ਆਪਰੇਟਰ ਇੰਟੀਜਰ K ਸਨ, ਜਿਸ ਨੂੰ ਮੈਂ ਉਹਨਾਂ ਨੂੰ ਰੈਂਕ K ਦੇ ਟੈਂਸਰ ਆਪਰੇਟਰ ਵਜੋਂ ਕਹਾਂਗਾ। Q ਜੋ ਕਿ K ਸਟੈਪਸ ਆਫ 1 ਵਿੱਚ K ਤੋਂ ਮਾਈਨਸ ਤੱਕ ਸੰਭਾਵਨਾਵਾਂ ਲਵੇਗਾ। ਉਦਾਹਰਨ ਦੇ ਤੌਰ ਤੇ, ਜਾਣਿਆ ਪਛਾਣਿਆ ਸਕੇਲਰ ਆਪਰੇਟਰ ਰੈਂਕ 0 ਦਾ ਟੈਂਸਰ ਕਿਹਾ ਜਾ ਸਕਦਾ ਹੈ। ਇੱਕ ਵਾਰ ਜਦੋਂ ਇਸ ਨੂੰ 0 ਦਰਜਾ ਦਿੱਤਾ ਜਾਂਦਾ ਹੈ ਤਾਂ Q ਵੀ ਟ੍ਰਿਵੀਅਲੀ 0 ਹੋ ਜਾਵੇਗਾ। ਇਸ ਲਈ ਇਹ ਇੱਕ ਕੰਪੋਨੈਂਟ ਹੈ। ਇਹ ਸਿਰਫ ਇੱਕ ਹੈ। ਜੇ ਮੈਂ ਵੈਕਟਰ ਆਪਰੇਟਰ +- ਲੈਂਦਾ ਹਾਂ, ਵੈਕਟਰ ਆਪਰੇਟਰ ਨੂੰ ਰੈਂਕ 1 ਆਪਰੇਟਰ ਵਜੋਂ ਬੁਲਾਇਆ ਜਾਵੇਗਾ। ਅਤੇ Q ਵੈਲਿਊ -1, +1 ਅਤੇ 0 ਲਵੇਗਾ। ਕੀ ਇਹ ਸਹੀ ਹੈ? ਉਸ ਪਰਿਭਾਸ਼ਾ ਦੇ ਅਨੁਸਾਰ ਜੋ ਮੈਂ ਪਹਿਲੀ ਬੁਲੇਟ ਵਿੱਚ ਦਿੱਤੀ ਹੈ। ਹੁਣ ਅਸੀਂ ਪੁੱਛਾਂਗੇ, ਮੰਨ ਲਓ ਕਿ ਤੁਸੀਂ ਪੋਜੀਸ਼ਨ ਵੈਕਟਰ ਲੈਂਦੇ ਹੋ। ਤੁਸੀਂ ਜਾਣਦੇ ਹੋ ਕਿ ਕੰਪੋਨੈਂਟ X, Y ਅਤੇ Z ਹਨ, ਜਾਂ ਇਸ ਫਾਰਮਲ ਨੋਟੇਸ਼ਨ ਨਾਲ ਸੰਪਰਕ ਕਰਨ ਲਈ ਕੰਪਲੈਕਸ ਕੋਆਰਡੀਨੇਟਸ ਵਜੋਂ ਲਿਖਣਾ ਬਿਹਤਰ ਹੈ। ਅਸੀਂ ਦੇਖਾਂਗੇ ਕਿ ਅਸੀਂ ਅਜਿਹਾ ਕਿਉਂ ਕਰ ਰਹੇ ਹਾਂ। Z ਕੰਪੋਨੈਂਟ ਜੋ T1, 0 ਹੈ। Z ਕੰਪੋਨੈਂਟ ਜੋ T, 0 ਹੈ। ਇੱਕ ਸਵਾਲ ਪਲਸ ਜਾਂ -1 ਦੇ ਨਾਲ, ਅਸੀਂ ਇਸ ਨੂੰ ਇਸ ਤਰ੍ਹਾਂ ਲਵਾਂਗੇ ਅਤੇ ਦੇਖਾਂਗੇ ਕਿ ਕਿਉਂ ਇਹ ਸੱਚ ਕਿਉਂ ਹੈ। ਠੀਕ ਹੈ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਅਜਿਹਾ ਕਿਉਂ ਕਰ ਰਹੇ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਸਥਿਤੀ ਪਲਸ ਵੈਕਟਰ ਲਈ ਕਰੋ। ਘੱਟੋ ਘੱਟ ਪੋਜੀਸ਼ਨ ਵੈਕਟਰ ਦੀ ਜਾਂਚ ਕਰੋ ਜਿੱਥੇ T1, ਪਲਸ ਜਾਂ -1 ਹੈ। T1, 0 ਜੋ Z ਹੈ। ਕਿਰਪਾ ਕਰਕੇ ਚੈੱਕ ਕਰੋ ਕਿ ਸਾਨੂੰ ਕੀ ਮਿਲਦਾ ਹੈ। ਇਸ ਲਈ ਇਸ ਨੂੰ ਤੁਰੰਤ ਕਰਦੇ ਹਾਂ। ਤੁਸੀਂ ਇੱਕ ਵੈਕਟਰ ਲਿਖ ਸਕਦੇ ਹੋ, ਜਿਵੇਂ AX, AY, AZ। ਠੀਕ ਹੈ। ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਦੁਬਾਰਾ ਲਿਖ ਸਕਦੇ ਹੋ। ਤੁਸੀਂ ਇਸ ਨੂੰ AZ ਦੇ ਨਾਲ ਟੈਂਸਰ ਆਫ ਰੈਂਕ 1, Q ਦੇ ਰੂਪ ਵਿੱਚ ਲਿਖ ਸਕਦੇ ਹੋ, ਜੋ ਕਿ ਸਹੀ ਹੈ। ਜੋ ਕਿ T ਆਫ 1, 0 ਦੇ ਨਾਲ ਸੰਬੰਧਿਤ ਹੈ। ਅਤੇ ਆਓ ਇਸ ਨੂੰ ਇਸ ਤਰ੍ਹਾਂ ਲਿਖੀਏ।
प्लस ਜਾਂ ਮਾਈਨਸ ਮਾਈਨਸ AX ਮਾਈਨਸ IY IAY ਇਹ ਪਲਸ ਹੈ ਅਤੇ ਦੂਜਾ ਮਾਈਨਸ ਹੈ ਤਾਂ ਜੋ ਇਹ ਬਣ ਜਾਵੇ ਇਸ ਲਈ ਮੈਨੂੰ ਲਿਖਣ ਦਿਓ T1, 1 ਇਸ ਵੈਕਟਰ A ਲਈ ਮਾਈਨਸ AX ਮਾਈਨਸ IAY T1, -1 ਜੋ ਹੈ AX ਮਾਈਨਸ IAY ਅਤੇ T1, 0 ਕਿਸੇ ਵੀ ਵੈਕਟਰ ਲਈ ਇਹ Z ਹੈ ਜਿਸ ਵਿੱਚ ਪੋਜੀਸ਼ਨ ਵੈਕਟਰ ਵੀ ਸ਼ਾਮਿਲ ਹਨ ਜੇ ਤੁਸੀਂ ਇਸ ਨੂੰ ਪੋਜੀਸ਼ਨ ਵੈਕਟਰਸ ਵਾਸਤੇ ਲਿਖਣਾ ਚਾਹੁੰਦੇ ਹੋ ਪੋਜੀਸ਼ਨ ਵੈਕਟਰਸ ਲਈ ਇਹ ਹੋਵੇਗਾ X ਮਾਈਨਸ IY X ਪਲਸ IY ਅਤੇ Z ਇਹ ਸਿਰਫ ਇੱਕ ਕਨਵੈਨਸ਼ਨ ਹੈ ਇਹ ਕਨਵੈਨਸ਼ਨ ਸੀ ਕਿਉਂ ਹੈ ਫਿਰ ਮੈਂ ਜੇ Z T ਦੇ ਨਾਲ ਦੇਖਣਾ ਚਾਹਾਂਗਾ ਕੁਝ ਤਾਂ ਗਲਤ ਹੈ ਕੀ ਮੈਂ ਗਲਤੀ ਕੀਤੀ ਸੀ ਹਾਂ ਇਹ ਮਾਈਨਸ I ਹੈ ਤੁਹਾਡਾ ਧੰਨਵਾਦ ਇਸ ਲਈ ਹੁਣ ਇਹ ਕਰੋ 1, 1 ਨਾਲ T ਜੇ Z ਮੈਨੂੰ ਕੀ ਮਿਲਦਾ ਹੈ ਇਸ ਲਈ ਇਸ ਨੂੰ -X ਮਾਈਨਸ IY ਅਤੇ ਜੇ Z ਤੇ ਲੈ ਜਾਂਦਾ ਹਾਂ ਅਤੇ ਕਮਿਊਟੇਟਰ ਕਰਾਂਗੇ ਇਸ ਲਈ ਇੱਕ ਨਹੀਂ H ਕ੍ਰਾਸ ਦੇ ਨਾਲ ਜੇ Z ਬਾਰੇ ਕੀ ਇੱਕ 0 ਨਾਲ ਇਹ 0 ਟਾਈਮਸ 0 ਹੈ ਇਹ ਸਹੀ ਹੈ ਇਸ ਦੇ ਨਾਲ ਜੇ Z 0 ਹੈ ਆਖਰੀ ਬਾਰੇ ਕੀ -H ਕ੍ਰਾਸ 1 -1 ਠੀਕ ਹੈ ਕੀ ਉਹ ਸਹੀ ਹੈ ਇਸ ਲਈ ਅਸੀਂ ਇਸ ਨੂੰ ਕੰਪੈਕਟ ਤਰੀਕੇ ਨਾਲ ਲਿਖ ਸਕਦੇ ਹਾਂ ਸਾਡੇ ਕੋਲ ਇੱਥੇ 3 ਡੇਟਾ ਹੈ ਤਾਂ ਕਿ ਮੈਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੀ ਹਾਂ ਮੈਨੂੰ ਦੱਸੋ ਕਿ ਮੈਂ ਇਸ ਨੂੰ ਕੰਪੈਕਟ ਤਰੀਕੇ ਨਾਲ ਕਿਵੇਂ ਲਿਖਾਂ ਜੇ ZT1, Q ਜੋ ਕਿ QH ਕ੍ਰਾਸ QH ਕ੍ਰਾਸ T1, Q ਹੋਵੇਗਾ ਕੁਝ ਵੀ ਗਲਤ ਤੁਸੀਂ ਇਹ ਕਰ ਸਕਦੇ ਹੋ ਹੁਣ ਮੇਰਾ ਦਾਅਵਾ ਹੈ ਕਿ ਇਹ ਹੋਲਡ ਰਹੇਗਾ ਭਾਵੇਂ ਮੈਂ ਰੈਂਕ QH ਕ੍ਰਾਸ T ਕਿ Q ਦੇ ਹੋਰ ਟੈਂਸਰਸ ਲਈ ਕਰਦਾ ਹਾਂ ਮੈਂ ਪ੍ਰੂਵ ਨਹੀਂ ਕੀਤਾ ਹੈ ਪਰ ਇਸ ਨੂੰ ਪ੍ਰੂਵ ਕੀਤਾ ਜਾ ਸਕਦੀ ਹੈ ਕਿ ਇਹ ਸਭ ਕੁਝ ਹੈ ਤੁਹਾਨੂੰ ਹੋਰ ਚੀਜ਼ਾਂ ਵੀ ਕਰਨ ਦੀ ਲੋੜ ਹੈ T1, Q ਨਾਲ ਜੇ ਪਲਸ ਜਾਂ ਮਾਈਨਸ ਕੀ ਹਨ ਇਹ ਕੀ ਹੋਵੇਗਾ ਇਹ ਅਗਲਾ ਸਵਾਲ ਹੈ ਤੁਸੀਂ ਜਾਣਦੇ ਹੋ ਮੈਂ ਅਜਿਹਾ ਕਿਉਂ ਕਰ ਰਹੀ ਹਾਂ ਕਾਰਨ ਇਹ ਹੈ ਕਿ ਅਸੀਂ ਜੇ ਪਲਸ ਜੇ M ਸਟੇਟ ਤੇ ਜੇ ਪਲਸ ਦੇਖਾਂਗੇ ਇਹ ਤੁਹਾਨੂੰ ਕੁਝ ਕੋਐਫੀਸ਼ੀਐਂਟ ਦੇ ਰਹੀ ਸੀ ਜੇ M -1 ਮਾਫ ਕਰਨਾ M + 1 ਮੈਂ ਦੇਖਣਾ ਚਾਹੁੰਦੀ ਹਾਂ ਕਿ ਟੈਂਸਰ ਆਪਰੇਟਰ ਵੀ ਇਸ ਦੀ ਸਿਮਿਲਰ ਪ੍ਰੋਪਰਟੀ ਹੈ ਕਿਉਂਕਿ ਤੁਸੀਂ ਪੋਜੀਸ਼ਨ ਕੰਪੋਨੈਂਟਸ ਨੂੰ ਜਾਣਦੇ ਹੋ ਕੀ ਤੁਸੀਂ ਕਿਰਪਾ ਕਰਕੇ ਪੁਸ਼ਟੀ ਕਰ ਸਕਦੇ ਹੋ ਕਿ ਤੁਹਾਨੂੰ ਇੱਥੇ ਕੀ ਮਿਲਦਾ ਹੈ ਅਤੇ ਕੀ ਤੁਸੀਂ ਜਾਂਚ ਕਰ ਸਕਦੇ ਹੋ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਗੈਰ ਰਸਮੀ ਪੋਜੀਸ਼ਨ ਤੌਰ ਤੇ ਜੇ ਇਹ K ਹੈ ਤਾਂ ਮੈਂ K ਜੋ ਕਿ 1 ਹੈ ਇਸ ਲਈ ਮੈਨੂੰ ਇਸ ਨੂੰ ਇਸ ਤਰ੍ਹਾਂ ਲਿਖਣ ਦਿਓ 1 into 1 ਪਲਸ ਨਹੀਂ ਇਹ ਜੇ ਪਲਸ K ਪਲਸ Q ਜਾਂ Q ਮਾਈਨਸ Q K ਮਾਈਨਸ Q ਮਾਈਨਸ ਪਲਸ ਵੈਸੇ ਵੀ ਮੈਨੂੰ ਇਹਨਾਂ ਸਾਰੇ ਸਾਈਨ ਬਾਰੇ ਜ਼ਿਆਦਾ ਨਹੀਂ ਪਤਾ ਪਰ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਜੋ ਪਲਸ ਅਤੇ ਮਾਈਨਸ ਹੈ ਇਹ ਸਹੀ ਹੈ on H ਕ੍ਰਾਸ T ਆਫ ਦਾ ਨਹੀਂ ਜੇ ਇਹ K ਹੈ ਫਿਰ ਮੇਰਾ ਦਾਅਵਾ ਇਹ ਹੈ ਕਿ ਇਹ ਹੋਵੇਗਾ ਪਲਸ ਜਾਂ -1 Q ਪਲਸ ਜਾਂ ਮਾਈਨਸ ਇਸ ਲਈ ਇਹ ਮੇਰਾ ਅੰਦਾਜ਼ਾ ਹੈ ਅਨੁਮਾਨ ਇਹ ਸੋਚ ਕੇ ਲਗਾਇਆ ਜਾਂਦਾ ਹੈ ਕਿ ਸਟੇਟ ਅਤੇ ਆਪਰੇਟਰਸ ਵਿਚਕਾਰ 1-to-1 ਕੋਰਸਪੋਂਡੈਂਸ ਹੁੰਦਾ ਹੈ ਜੇਕਰ ਅਜਿਹਾ ਹੈ ਤਾਂ ਮੇਰੇ ਆਪਰੇਟਰ
ਕਮਿਊਟੇਟਰ ਅਲਜੇਬਰਾ। ਤੁਹਾਡੇ ਐਂਗੂਲਰ ਮੋਮੈਂਟਮ ਦੇ ਕੰਪੋਨੈਂਟਸ ਦੇ ਨਾਲ ਉਹਨਾਂ ਕੋਲ ਇਹ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਇਤਫਾਕ ਨਾਲ ਤੁਹਾਨੂੰ ਜਾ ਕੇ ਜਾਂਚ ਕਰਨੀ ਚਾਹੀਦੀ ਹੈ। ਇਹ ਚੀਜ਼ਾਂ ਕੀ ਹਨ? ਫੋਰਮਲੀ ਤੁਸੀਂ L ਪਲਸ ਲਈ ਡਿਫਰੈਂਸ਼ੀਅਲ ਆਪਰੇਟਰ ਨੂੰ ਜਾਣਦੇ ਹੋ? ਤੁਸੀਂ L ਪਲਸ ਲਈ ਇੱਕ ਡਿਫਰੈਂਸ਼ੀਅਲ ਆਪਰੇਟਰ ਲਿਖ ਸਕਦੇ ਹੋ? ਅਤੇ ਤੁਸੀਂ ਜਾਣਦੇ ਹੋ ਕਿ ਥੀਟਾ ਫੀ ਦਾ YLM ਕੀ ਹੈ? L ਇਕੁਅਲ ਟੂ 1 ਲਓ। L ਪਲਸ ਕਰੋ ਅਤੇ ਦੇਖੋ ਕਿ ਤੁਹਾਨੂੰ ਕੀ ਮਿਲਦਾ ਹੈ। ਕੀ ਉਮੀਦ ਕੀਤੀ ਜਾਂਦੀ ਹੈ? ਤੁਸੀਂ YLM ਥੀਟਾ ਫਾਈ ਲਿਖ ਸਕਦੇ ਹੋ? ਜਿਵੇਂ ਕਿ ਕੁਝ ਯੂਨਿਟ ਵੈਕਟਰ ਜਿਸ ਦੀ ਦਿਸ਼ਾ ਦਿੱਤੀ ਜਾਂਦੀ ਹੈ ਅਤੇ LM ਅਤੇ ਤੁਸੀਂ ਆਪਰੇਟ L ਪਲਸ ਕਰ ਸਕਦੇ ਹੋ। ਇਹ ਯੂਨਿਟ ਵੈਕਟਰ ਤੁਹਾਨੂੰ ਉਹ ਦਿਸ਼ਾ ਦਿੰਦਾ ਹੈ ਜੋ ਤੁਹਾਨੂੰ ਥੀਟਾ ਅਤੇ ਫਾਈ ਦੇਵੇਗਾ। ਐਂਗੂਲਰ ਮੋਮੈਂਟਮ ਅਲਜੇਬਰਾ L+1 ਵਿੱਚ LM ਤੁਸੀਂ ਸਾਰੇ ਜਾਣਦੇ ਹੋ, ਪਰ ਮੈਂ ਤੁਹਾਨੂੰ ਡਿਫਰੈਂਸ਼ੀਅਲ ਆਪਰੇਟਰ ਪੋਜੀਸ਼ਨ ਬੇਸਿਸ ਲਿਖਣ ਲਈ ਕਹਿ ਰਹੀ ਹਾਂ, ਅਤੇ ਇਸ ਨੂੰ ਥੀਟਾ ਫਾਈ ਦੇ YLM ਤੇ ਆਪਰੇਟ ਕਰੋ, ਜੋ ਤੁਸੀਂ ਆਪਣੇ ਪਹਿਲੇ ਕੋਰਸ ਵਿੱਚ ਵੇਵ ਫੰਕਸ਼ਨ ਫਾਰਮਾਲਿਜ਼ਮ ਦੇ ਰੂਪ ਵਿੱਚ ਕੀਤਾ ਹੈ। ਇਸ ਲਈ ਦੋਵੇਂ ਤਰੀਕੇ ਮੇਲ ਖਾਂਦੇ ਹਨ। ਠੀਕ ਹੈ। ਇਸ ਲਈ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਤੁਹਾਨੂੰ YLM M+1 ਥੀਟਾ ਫਾਈ। ਪਰ ਉਹ ਕੋਐਫੀਸ਼ੀਐਂਟ ਕੀ ਹੈ ਮੈਂ ਨਹੀਂ ਲਿਖ ਰਹੀ, ਪਰ ਤੁਸੀਂ ਇਸ ਨੂੰ ਦੇਖ ਕਰ ਸਕਦੇ ਹੋ। ਇਹ ਬਿਲਕੁਲ ਇਸ ਤਰ੍ਹਾਂ ਹੀ ਹੋਵੇਗਾ, ਕੋਈ ਬਦਲਾਅ ਨਹੀਂ ਹੈ, ਪਰ ਤੁਸੀਂ ਇਸ ਦੀ ਪੁਸ਼ਟੀ ਕਰ ਸਕਦੇ ਹੋ, ਘੱਟੋ ਘੱਟ L ਬਰਾਬਰ 1 ਅਤੇ L ਬਰਾਬਰ 2 ਲਈ। ਤੁਸੀਂ ਇਹ ਕਰ ਸਕਦੇ ਹੋ ਇਹ ਦੇਖਦੇ ਹੋਏ ਕਿ ਸਫੈਰਿਕਲ ਹਾਰਮੋਨਿਕਸ ਨੂੰ ਸਫੈਰਿਕਲ ਟੈਂਸਰਸ ਵੀ ਕਿਹਾ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਉਹ ਸਫੈਰਿਕਲ ਟੈਂਸਰਸ ਹਨ, ਠੀਕ ਹੈ। ਇਸ ਲਈ ਤੁਸੀਂ ਇਹਨਾਂ ਸਫੈਰਿਕਲ ਟੈਂਸਰਸ ਨੂੰ ਇੱਥੇ ਲੈ ਸਕਦੇ ਹੋ ਅਤੇ ਕੋਮੈਂਟੇਟਰਸ ਨੂੰ ਦੇਖੋ। ਇਸ ਲਈ ਇਹ ਕੋਸ਼ਿਸ਼ ਕਰਨ ਤੇ ਆਧਾਰਿਤ ਹਨ, ਇਹ ਦਿਖਾਉਣ ਲਈ ਕਿ ਐਂਗੂਲਰ ਮੋਮੈਂਟਮ ਸਟੇਟਸ ਨਾਲ ਬਹੁਤ ਸਾਰੀਆਂ ਸਮਾਨਤਾਵਾਂ ਹਨ ਤੁਹਾਡੇ ਸਫੈਰਿਕਲ ਹਾਰਮੋਨਿਕਸ ਲਈ ਅਤੇ ਤੁਹਾਡੇ ਔਰਥੋਗੋਨਲ ਆਧਾਰ ਫੰਕਸ਼ਨਾਂ ਨੂੰ ਲਿਖਣ ਲਈ ਸਫੈਰਿਕਲ ਹਾਰਮੋਨਿਕਸ। ਠੀਕ ਹੈ। ਰਾਈਟਿੰਗ ਵੇਖਣ ਦੀ ਲੋੜ ਨਹੀਂ ਹੈ। ਸਾਰੇ ਸੰਭਵ ਪੋਲੀਨੋਮੀਅਲਸ ਪਰ ਕੁਝ ਲੀਨੀਅਰ ਕੰਬੀਨੇਸ਼ਨ ਜਿਸ ਨੇ ਤੁਹਾਨੂੰ ਵਧੀਆ ਦਿੱਤਾ ਹੈ, ਅਤੇ ਇਹ ਉਹ ਹੈ ਜੋ ਤੁਹਾਡੇ ਮਲਟੀਪੋਲ ਐਕਸਪੈਂਸ਼ਨ ਵਿੱਚ ਵੀ ਆਉਂਦਾ ਹੈ। ਕੀ ਇਹ ਸਹੀ ਹੈ? ਡਾਇਪੋਲ ਮੋਮੈਂਟ ਸ਼ਾਮਲ ਹੋਵੇਗਾ L ਇਕੁਅਲ ਟੂ 1 ਦੇ ਸਫੈਰਿਕਲ ਦੇ ਹਾਰਮੋਨਿਕਸ। ਫਿਰ ਕਵੈਡਰਪੋਲ ਮੋਮੈਂਟ ਵਿੱਚ L ਇਕੁਅਲ ਟੂ 2 ਦੇ ਸਫੈਰਿਕਲ ਹਾਰਮੋਨਿਕਸ ਸ਼ਾਮਲ ਹੋਣਗੇ। ਤੁਸੀਂ ਮਲਟੀਪੋਲ ਐਕਸਪੈਂਸ਼ਨ ਕਰ ਸਕਦੇ ਹੋ। ਮੈਂ ਸਿਰਫ ਵੱਖ-ਵੱਖ ਤਰੀਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਨ੍ਹਾਂ ਵਿੱਚ ਤੁਸੀਂ ਇਹ ਦੇਖਿਆ ਹੈ। ਇੱਕ ਐਕਸਪੈਂਸ਼ਨ ਹੈ ਜਿਸ ਨੂੰ ਵਿਭਾਜਿਤ ਕਰਨ ਦਾ ਇਹ ਸਪਸ਼ਟ ਤਰੀਕਾ ਹੈ L ਬਰਾਬਰ 0 ਵਿੱਚ, ਜੋ ਕਿ ਇੱਕ ਸਕੇਲਰ ਹੈ, L 1 ਦੇ ਬਰਾਬਰ ਜੋ ਇੱਕ ਵੈਕਟਰ ਹੈ, L ਬਰਾਬਰ 2 ਜੋ ਸਫੈਰਿਕਲ ਹੈ, ਰੈਂਕ 2 ਦਾ ਟੈਂਸਰ ਆਦਿ। ਠੀਕ ਹੈ। ਇਹ ਮੈਂ ਤੁਹਾਡੇ ਲਈ ਇਹ ਦੇਖਣ ਲਈ ਅਭਿਆਸ ਵਜੋਂ ਦੇ ਰਹੀ ਹਾਂ ਕਿ ਕਿਵੇਂ ਟੈਂਸਰਸ ਫੋਰਮਲੀ ਇਸ ਨੂੰ ਕੀ ਇਕੁਅਲ ਟੂ 1 ਲਈ ਕਰਦੇ ਹਨ ਅਤੇ ਫਿਰ ਇਸ ਨੂੰ ਜਨਰਲਾਈਜ਼ ਕਰੋ। ਮੈਂ ਤੁਹਾਨੂੰ ਕਿਸੇ ਵੀ ਕੇਸ ਲਈ ਜਨਰਲ ਤੌਰ ਤੇ ਸਾਬਤ ਕਰਨ ਲਈ ਨਹੀਂ ਕਹਿ ਰਹੀ ਹਾਂ, ਪਰ ਤੁਸੀਂ ਵੀ ਕਰ ਸਕਦੇ ਹੋ। ਪਰ ਹੁਣ ਤੁਸੀਂ ਇਸ ਨੂੰ ਕੀ ਇਕੁਅਲ ਟੂ 1 ਲਈ ਕਰਦੇ ਹੋਏ ਅਸੀਂ ਪਹਿਲਾਂ ਹੀ ਪੁਸ਼ਟੀ ਕਰ ਚੁੱਕੇ ਹਾਂ। ਬਸ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਕਰੋ। ਮੈਂ ਤੁਹਾਨੂੰ ਉੱਤਰ ਦੇ ਦਿੱਤਾ ਹੈ। ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ ਕਿ ਇਹ 1 ਕੀ ਇਕੁਅਲ ਟੂ 1 ਲਈ ਹੁੰਦਾ ਹੈ।